ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਵਿੱਕੀ ਜੱਸੋਵਾਲ ਜੀ। ਤੁਸੀਂ ਵੇਖ ਰਹੇ ਹੋ ਸਾਡਾ ਪੰਜਾਬ ਕੈਨੇਡਾ ਟੀਵੀ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ, ਅਸੀਂ ਪੰਜਾਬ ਦੀਆਂ ਉਹ ਨਾਮਵਰ ਸ਼ਖਸੀਅਤਾਂ, ਭਾਵੇਂ ਉਹ ਪੰਜਾਬੀ ਸੱਭਿਆਚਾਰ ਦੇ ਰਿਲੇਟਡ ਹੋਵੇ, ਭਾਵੇਂ ਉਹ ਸਿਆਸਤ ਦੀ ਗੱਲ ਹੋਵੇ। ਸੋ ਅੱਜ ਅਸੀਂ ਕੁਲਦੀਪ ਸਿੰਘ ਵੈਦ ਜੀ ਦੇ ਘਰ ਪਹੁੰਚੇ ਹਾਂ। ਇਹਨਾਂ ਨਾਲ ਗੱਲਬਾਤ ਕਰਾਂਗੇ। IAS ਅਫਸਰ ਨਾਲ ਇਹਨਾਂ ਨੇ ਗਿੱਲ ਹਲਕੇ ਨੂੰ ਆਪਣੀ ਇੱਕ ਪਹਿਚਾਣ ਬਣਾਇਆ ਸੀਗਾ, ਤੇ ਪਰ ਕਿਤੇ ਨਾ ਕਿਤੇ ਫਿਰ ਵੀ ਗਿੱਲ ਹਲਕੇ ਦੇ ਲੋਕਾਂ ਨੇ ਕੋਈ ਕਮੀ ਰਹੀ ਆ। ਇਹਨਾਂ ਤੋਂ ਪੁੱਛਾਂਗੇ ਕਿ ਉਹ ਕੀ ਕਮੀ ਰਹੀ ਆ ਜਿਹੜਾ ਇਹਨਾਂ ਨੂੰ ਗਿੱਲ ਹਲਕੇ ਲੋਕਾਂ ਨੇ ਇਸ ਵਾਰ ਨੈਗੇਟਿਵ ਕੀਤਾ ਹੈ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਨਾਲੇ ਤੁਹਾਡੇ ਚੈਨਲ ਨੂੰ ਬਹੁਤ ਬਹੁਤ ਮੁਬਾਰਕਬਾਦ। ਸਰ, ਗਿੱਲ ਹਲਕੇ ਨੇ ਤੁਸੀਂ ਆਪਣੀ ਪਹਿਚਾਣ ਬਣਾਇਆ ਸੀ, ਉਹ ਕਿਤੇ ਨਾ ਕਿਤੇ ਤੁਹਾਡੀ ਪਹਿਚਾਣ ਤੁਹਾਡੇ ਤੋਂ ਖੁੱਸ ਚੁੱਕੀ ਹੈ। ਕੀ ਕਾਰਨ ਸਮਝਦੇ ਹੋ? ਪਹਿਲੀ ਗੱਲ ਤਾਂ ਬੇਟਾ ਮੈਂ ਤੈਨੂੰ ਦੱਸ ਦਿਆਂ, ਕਦੇ ਵੀ ਪਹਿਚਾਣ ਖੁੱਸਦੀ ਨਹੀਂ ਹੈ। ਹਾਰਨਾ ਜਿੱਤਣਾ ਵੱਖਰੀ ਗੱਲ ਹੈ, ਲੇਕਿਨ ਜੋ ਮੈਂ ਲੋਕਾਂ ਦੇ ਵਿੱਚ ਵਿਚਰਿਆ, ਜੋ ਲੋਕਾਂ ਦੇ ਕੰਮਕਾਰ ਕੀਤੇ ਨੇ, ਜੋ ਹਲਕੇ ਦੀ ਡਿਵੈਲਪਮੈਂਟ ਕੀਤੀ ਹੈ, ਜਿਹੜੀ ਪਹਿਚਾਣ ਆ ਉਹਦੇ ਖੁੱਸਦੀ ਨਹੀਂ ਬੇਟੇ। ਇਹ ਤਾਂ ਜਿਹੜੇ ਇਹ ਕਾਂਗਰਸ ਪਾਰਟੀ ਦੀ ਜਿਹੜੀ ਹਾਰ ਹੋਈ ਹੈ, ਇਹ ਕੇਜਰੀਵਾਲ ਦੀ ਜਿੱਤ ਨਹੀਂ ਹੈ। ਮੈਂ ਤੁਹਾਨੂੰ ਇੱਕ ਸਪਸ਼ਟ ਕਰ ਦੇਣਾ ਚਾਹੁੰਦਾ ਲੋਕਾਂ ਨੂੰ ਕਿ ਇਹ ਕੇਜਰੀਵਾਲ ਦੀ ਜਿੱਤ ਨਹੀਂ ਹੈ, ਦਿੱਲੀ ਮਾਡਲ ਦੀ ਜਿੱਤ ਨਹੀਂ ਹੈ। ਦਿੱਲੀ ਮਾਡਲ ਤਾਂ ਇੱਕ ਝੂਠਾ ਪ੍ਰਚਾਰ ਹੈ। ਇਹ ਜਿੱਤ ਕਿਸ ਚੀਜ਼ ਦੀ ਹੋਈ ਹੈ? ਲੋਕਾਂ ਨੇ ਕਾਂਗਰਸ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰਿਆ, ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸਿਰਫ ਇਹ ਦੋ ਪੋਲੀਟੀਕਲ ਪਾਰਟੀਆਂ ਹੀ ਪੰਜਾਬ ਦੇ ਵਿੱਚ ਜਿਹੜੀਆਂ ਸੀਗੀਆਂ ਇਹ ਸੱਤਾ ਵਿੱਚ ਆਉਂਦੀਆਂ ਸੀ। ਤੁਸੀਂ ਕਮੀ ਦੀ ਗੱਲ ਕੀਤੀ ਹੈ, ਬਿਲਕੁਲ 100%। ਜਿਹੜਾ ਪਿਛਲੇ 1 ਸਾਲ ਤੋਂ ਸਾਡੀ ਪਾਰਟੀ ਦੇ ਵਿੱਚ ਕਲੇਸ਼ ਰਿਹਾ ਹੈ। ਚੰਨੀ ਸਾਹਿਬ ਇੱਕ ਅਨਾਊਂਸਮੈਂਟ ਕਰਦੇ ਸੀ, ਸਿੱਧੂ ਸਾਹਿਬ ਉਹਨੂੰ ਦੂਸਰੇ ਮਿੰਟ ਨਕਾਰ ਦਿੰਦੇ ਸੀ। ਇਹ ਜਿਹੜਾ ਸਾਰਾ ਘਟਨਾਕ੍ਰਮ ਚੱਲਿਆ ਹੈ, ਇਹ ਉਹਦਾ ਰਿਜ਼ਲਟ ਹੈ। ਲੋਕਾਂ ਨੇ ਸਾਡੇ ਤੋਂ ਦੁਖੀ ਹੋ ਕੇ, ਸਾਡੀ ਲੀਡਰਸ਼ਿਪ ਤੋਂ ਦੁਖੀ ਹੋ ਕੇ ਲੋਕਾਂ ਨੇ ਇੱਕ ਬਹੁਤ ਵੱਡਾ ਫਤਵਾ ਦਿੱਤਾ ਐਂਡ ਜੋ ਲੋਕਾਂ ਨੇ ਫਤਵਾ ਦਿੱਤਾ, ਮੈਂ ਤਾਂ ਉਹਨੂੰ ਸੈਲਿਊਟ ਕਰਦਾ ਕਿ ਲੋਕਾਂ ਨੇ ਬਹੁਤ ਵਧੀਆ ਡਿਸੀਜਨ ਲਿਆ। ਪਰ ਸਰ, ਤੁਹਾਡਾ ਬਹੁਤ ਵੱਡਾ ਹੋਲਡ ਸੀਗਾ, 155 ਪਿੰਡਾਂ ਦਾ ਹਲਕਾ ਗੱਲ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਤਾਂ ਮਤਲਬ ਤੁਹਾਡਾ ਹਲਕਾ ਤੁਹਾਨੂੰ ਜਿੱਤਣਾ ਚਾਹੀਦਾ ਸੀਗਾ। ਉੱਧਰ ਸ਼ਿਵਾਲਕ ਸਾਹਿਬ ਹਾਰ ਗਏ ਨੇ, ਪਰ ਜੀਵਨ ਸਿੰਘ ਸੰਗੋਵਾਲ ਜਿਹੜਾ ਕਦੇ ਲੋਕਾਂ ਨੇ ਕਹਿੰਦੇ ਵਿਚਰਿਆ ਨਹੀਂ, ਉਹ ਵੀ ਇੱਕ MLA ਦਾ ਰੂਪ ਧਾਰਨ ਕਰ ਚੁੱਕੇ ਨੇ। ਬੇਟੇ, ਇਹ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਆਏ ਨੇ ਨਾ, ਇਹ ਇੰਡੀਵਿਜੂਅਲ ਰਿਜ਼ਲਟ ਨਹੀਂ ਹੈ। ਸੰਗੋਵਾਲ ਸਾਹਿਬ ਕਦੇ ਵੀ ਨਹੀਂ ਆਏ, ਨਾ ਕਦੇ ਗਏ, ਨਾ ਕਦੇ ਗਏ। ਸੰਗੋਵਾਲ ਸਾਹਿਬ ਨੂੰ ਵੋਟ ਨਹੀਂ ਪਈ। ਇਹ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ, ਹਿੰਦੁਸਤਾਨ ਦੇ ਲੋਕਾਂ ਨੂੰ ਤੇ ਸੰਸਾਰ ਦੇ ਜਿੱਥੇ ਜਿੱਥੇ ਵੀ ਸਾਡਾ ਪੰਜਾਬੀ ਵਸਦਾ ਹੈ ਦੱਸਣਾ ਚਾਹੁੰਦਾ। ਇਹ ਜਿਹੜੀ ਜਿੱਤ ਹੋਈ ਹੈ, ਜਿਹੜੀ ਹਾਰ ਹੋਈ ਹੈ, ਇਹ ਇੰਡੀਵਿਜੂਅਲ ਦੀ ਨਹੀਂ ਹੋਈ। ਬਿਲਕੁਲ ਮੈਨੂੰ ਲੱਗਦਾ ਹੈ ਸੰਗੋਵਾਲ ਸਾਹਿਬ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ, ਨਾ ਕਿਤੇ ਆਏ। ਇਹ ਤਾਂ ਜਿਹੜੀ ਝਾੜੂ ਨੂੰ ਵੋਟ ਪਈ ਹੈ, ਲੋਕਾਂ ਨੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਮੈਂ ਕਹਿ ਲਵਾਂ ਕਿ ਇੱਕ ਫਤਵਾ ਦਿੱਤਾ ਆ, ਤੇ ਲੋਕਾਂ ਕੋਲ ਚੁਆਇਸ ਕੋਈ ਨਹੀਂ ਸੀ। ਲੋਕ ਚਾਹੁੰਦੇ ਸੀ ਬਦਲਾ। ਮੈਂ ਤਾਂ ਇਹ ਕਹੂੰਗਾ ਕਿ ਲੋਕਾਂ ਨੇ ਬਦਲਾ ਲਿਆ ਕਾਂਗਰਸ ਤੋਂ, ਬਿਲਕੁਲ ਠੀਕ ਲਿਆ ਬਦਲਾ। ਜੋ ਸਾਡੀ ਲੀਡਰਸ਼ਿਪ ਨੇ 1 ਸਾਲ ਦੇ ਪਿੱਛੇ ਜੋ ਕੀਤਾ, ਜੋ ਲੜਾਈ ਝਗੜੇ ਹੁੰਦੇ ਰਹੇ, ਇੱਕ ਦੂਜੇ ਦੇ ਉੱਤੇ ਵਾਰ ਪਲਟਵਾਰ ਹੁੰਦੇ ਰਹੇ, ਲੋਕਾਂ ਨੇ ਇਹਨਾਂ ਚੀਜ਼ਾਂ ਤੋਂ ਦੁਖੀ ਹੋ ਕੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਿਲਕੁਲ ਨਕਾਰਤਾ। ਲੋਕਾਂ ਨੂੰ ਚੁਆਇਸ ਕੀ ਸੀ? ਲੋਕਾਂ ਦੇ ਕੋਲੇ ਥਰਡ ਫਰੰਟ ਦੀ ਚੁਆਇਸ ਕੀ ਸੀ? ਚੁਆਇਸ ਸਿਰਫ ਝਾੜੂ ਸੀ, BJP ਤਾਂ ਹੈ ਨਹੀਂ ਸੀ। ਸੋ ਲੋਕਾਂ ਨੇ ਝਾੜੂ ਨੂੰ ਵੋਟ ਪਾਈ ਹੈ। ਉਹਨਾਂ ਨੇ ਕਿਸੇ ਕੈਂਡੀਡੇਟ ਨਹੀਂ ਵੇਖਿਆ, ਨਾ ਉਹਨਾਂ ਨੇ ਕੋਈ ਕਾਂਗਰਸ ਦਾ ਕੈਂਡੀਡੇਟ ਦੇਖਿਆ, ਨਾ ਉਹਨਾਂ ਨੇ ਕੋਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ। ਇਹ ਤਾਂ ਹੁਣ ਜੱਗ ਜਾਰ ਗੱਲਾਂ ਨੇ। ਇਹ ਇੰਡੀਵਿਜੂਅਲ ਨੂੰ ਵੋਟ ਨਹੀਂ ਪਈ, ਇਹ ਥਰਡ ਫਰੰਟ ਨੂੰ ਤੇ ਬਦਲਾਅ ਦੀ ਰਾਜਨੀਤੀ ਨੂੰ ਵੋਟ ਪਈ ਹੈ। ਐਂਡ ਮੈਂ ਇਸ ਬਦਲਾਅ ਨੂੰ ਸੈਲਿਊਟ ਕਰਦਾ ਐਂਡ ਲੋਕਾਂ ਦੇ ਸਿਰ ਝੁਕਾਉਣਾ ਕਿ ਤੁਸੀਂ ਬਿਲਕੁਲ ਰਾਈਟ ਡਿਸੀਜਨ ਲਿਆ। ਸਰ, ਤੁਹਾਡੇ ਵੱਲੋਂ ਸ਼ਿਵਾਲਕ ਸਾਹਿਬ ਨਾਲ ਕੋਈ ਕਮਿਟਮੈਂਟ ਵੀ ਹੋਈ ਹੈ? ਵੀ ਲੋਕਾਂ ਵਿੱਚ ਗੱਲ ਸੁਣਨ ਨੂੰ ਮਿਲੀ ਸੀਗੀ ਕਿ ਝਾੜੂ ਨਹੀਂ ਆਉਣਾ ਚਾਹੀਦਾ ਗਿੱਲ ਹਲਕੇ ਵਿੱਚ, ਵੀ ਕੋਈ ਗੱਲ ਨਹੀਂ ਸ਼ਿਵਾਲਕ ਸਾਹਿਬ ਆ ਜਾਣ, ਬੈਦ ਸਾਹਿਬ ਆ ਜਾਣ, ਕੁਛ ਇੱਦਾਂ ਦਾ ਸੁਣਨ ਨੂੰ ਮਿਲਿਆ ਤੁਹਾਨੂੰ? ਇਸ ਤਰ੍ਹਾਂ ਦਾ ਕਦੇ ਮੀਟਿੰਗ, ਕੋਈ ਕਮਿਟਮੈਂਟ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੁੰਦਾ, ਨਾ ਹੀ ਕੋਈ ਵੋਟ ਡਾਈਵਰਟ ਕਰਵਾ ਸਕਦਾ। ਇਹ ਤਾਂ ਇੱਕ ਵਾਧੂ ਗੱਲਾਂ ਨੇ, ਫਾਲਤੂ ਗੱਲਾਂ ਨੇ, ਜਿਹੜੇ ਕੁਝ ਵੈਸਟਰਨ ਇੰਟਰਸਟ ਲੋਕ ਗੱਲਾਂ ਫੈਲਾਉਂਦੇ ਆ। ਮੈਨੂੰ ਇਹ ਦੱਸੋ, ਜਿਹੜਾ ਬੰਦਾ ਆਪ ਨਹੀਂ ਜਿੱਤ ਸਕਿਆ, ਮੈਂ ਆਪਣੀ ਵੀ ਗੱਲ ਕਰਨਾ, ਸ਼ਿਵਾਲਕ ਸਾਹਿਬ ਦੀ ਵੀ ਗੱਲ ਕਰਨ, ਕੀ ਅਸੀਂ ਵੋਟ ਡਾਈਵਰਟ ਕਰ ਸਕਦੇ? ਅਸੀਂ ਆਪਣੇ ਆਪ ਨੂੰ ਵੋਟ ਤਾਂ ਪਵਾ ਨਹੀਂ ਸਕੇ, ਵੋਟ ਡਾਈਵਰਟ ਕਿੱਦਾਂ ਹੋਏਗੀ? ਇਹ ਫਾਲਤੂ ਗੱਲਾਂ ਨੇ। ਇੱਦਾਂ ਦੀ ਕੋਈ ਕਮਿਟਮੈਂਟ ਨਾ ਹੀ ਕਦੇ ਹੁੰਦੀ ਹੈ, ਨਾ ਹੀ ਪੋਸੀਬਲ ਹੈ, ਹੋ ਹੀ ਨਹੀਂ ਸਕਦੀ। ਸਰ, ਜਿਵੇਂ ਤੁਸੀਂ ਪਿੰਡਾਂ ਵਿੱਚ ਜਾਂਦੇ ਸੀਗੇ, ਅਕਸਰ ਹੀ ਗੱਲ ਸੁਣਨ ਨੂੰ ਮਿਲੀ ਹੈ ਕਿ ਜਿੱਥੇ ਕਿ ਵੈਦ ਸਾਹਿਬ ਜਾਂਦੇ ਸੀਗੇ, ਚੌਂਕੀ ਇੰਚਾਰਜ ਲਾ ਲਓ, ਪਿੰਡਾਂ ਸਰਪੰਚ ਲੈ ਲਓ, ਵੀ ਉਹਨਾਂ ਦੀ ਸੁਣਦੇ ਲੋਕ, ਪਿੰਡ ਦੀ ਪੰਚਾਇਤ ਜਾਂ ਪਿੰਡ ਦੇ ਲੋਕਾਂ ਦੀ ਗੱਲ ਕਦੇ ਵੀ ਮਤਲਬ ਅੱਗੇ ਨਹੀਂ ਸੀ ਆਉਣੀ। ਨਹੀਂ, ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ। ਦੇਖੋ, ਤੁਹਾਡੇ ਤੇ ਐਲੀਗੇਸ਼ਨ ਸਰ। ਮੈਂ ਦੱਸਦਾ, ਪਿੰਡ ਦੀ ਜਿਹੜੀ ਪੰਚਾਇਤ ਚੁਣੀ ਜਾਂਦੀ ਹੈ, ਲੋਕ ਚੁਣਦੇ ਆ। ਕੱਲੀਆਂ ਪੰਚਾਇਤਾਂ ਨਹੀਂ ਸੀ ਆਉਂਦੀਆਂ, ਜਾਂ ਅਸੀਂ ਕੱਲੀ ਪੰਚਾਇਤ ਕੋਲੇ ਨਹੀਂ ਸੀ ਜਾਂਦੇ।
ਲੋਕਾਂ ਨੂੰ ਵੀ ਮਿਲਦੇ ਸੀਗੇ। ਹੁਣ ਤੁਸੀਂ ਇਹ ਦੱਸੋ ਮੈਨੂੰ ਕਿ ਕੀ ਕੋਈ ਵੀ ਐਮਐਲਏ ਕੀ ਕਿਸੇ ਪਿੰਡ ਦੇ ਇਕੱਲੇ ਘਰ ਵਿੱਚ ਜਾ ਸਕਦਾ? ਨਹੀਂ ਜਾ ਸਕਦਾ। ਗਵਰਨਮੈਂਟ ਦੀਆਂ ਪਾਲਿਸੀਜ਼ ਇੰਪਲੀਮੈਂਟ ਕਰਨੀਆਂ ਹੁੰਦੀਆਂ ਸੀ। ਜਿਹੜੇ ਲੋਕਾਂ ਦੇ ਕੰਮ ਪੈਂਦੇ ਨੇ ਉਹ ਲੋਕਾਂ ਦੇ ਕੰਮਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਮੈਂ ਤਾਂ ਬਹੁਤ ਲੋਕਾਂ ਨੂੰ ਮਿਲਦੇ ਨੇ, ਬੜੇ ਲੋਕਾਂ ਦੇ ਕੰਮ ਕੀਤੇ ਨੇ, ਤਰਜੀਹ ਦੇ ਆਧਾਰ ਤੇ ਕੀਤੇ ਨੇ, ਕੋਈ ਛੱਡਿਆ ਹੀ ਨਹੀਂ। ਸੋ ਇਸ ਕਰਕੇ ਇਸ ਦਾ ਨਹੀਂ ਕਦੇ ਹੁੰਦਾ। ਹੁਣ ਜਦੋਂ ਅਸੀਂ ਜਾਣਾ ਸਪੋਜ਼ ਤੇ ਅਸੀਂ ਪੰਚਾਇਤ ਕੋਲੇ ਜਾਣਾ, ਪਹਿਲਾਂ ਸਰਪੰਚ ਨੂੰ ਫੋਨ ਕੀਤਾ ਜਾਂਦਾ ਕਿ ਜੀ ਸਰਪੰਚ ਸਾਹਿਬ ਮੈਂ ਆ ਰਿਹਾ, ਤੇ ਉੱਥੇ ਲੋਕ ਇਕੱਠੇ ਹੋਏ ਹੁੰਦੇ ਆ, ਲੋਕਾਂ ਨਾਲ ਗੱਲਬਾਤ ਕਰੀਦੀ ਹੈ। ਤੁਸੀਂ ਮੈਨੂੰ ਦੱਸ ਦਿਓ ਹੋਰ ਕੀ ਤਰੀਕਾ ਹੈ? ਇਹੀ ਤਰੀਕਾ ਹੈ, ਹੋਰ ਤਾਂ ਕੋਈ ਤਰੀਕਾ ਨਹੀਂ ਬੇਟਾ। ਤੁਸੀਂ ਪਿੰਡਾਂ ਵਿੱਚ ਵੀ ਜਾਂਦੇ ਸੀਗੇ, ਜਿੱਥੇ ਵੀ ਤੁਸੀਂ ਚੋਣ ਪ੍ਰਚਾਰ ਕਰਨ ਜਾਂਦੇ, ਪਰ ਤੁਹਾਡਾ ਵਿਰੋਧ ਹੋ ਰਿਹਾ ਸੀਗਾ, ਅਸੀਂ ਵੀਡੀਓਜ਼ ਵੀ ਦੇਖ ਰਹੇ ਸੀਗੇ ਜੀ। ਕੋਈ ਵਿਰੋਧ ਨਹੀਂ ਹੋਇਆ। ਨੋ, ਬਿਲਕੁਲ ਤੁਸੀਂ ਗਲਤ ਕਹਿੰਦੇ। ਮੈਨੂੰ ਵੀਡੀਓ ਵਿਖਾਓ ਜਿਸ ਕਿਸੇ ਵੀ ਇੱਕ ਪਿੰਡ ਦੇ ਵਿੱਚ ਮੇਰਾ ਵਿਰੋਧ ਹੋਇਆ ਹੋਵੇ। ਇੱਕ ਸਰ ਪਿੰਡ ਖੇੜਾ ਸੀਗਾ, ਉੱਥੇ ਤੁਹਾਡਾ ਥੋੜਾ ਵਿਰੋਧ ਹੋਇਆ ਸੀ, ਕਿਸੇ ਮਤਲਬ ਰੂੜੀ ਲੈ ਕੇ ਪਿੰਡ ਦੇ ਮੁੰਡਿਆਂ ਨੇ। ਉਹ ਦੇਖੋ, ਇਹ ਜਿਹੜੀਆਂ ਸਮੱਸਿਆਵਾਂ ਨੇ 155 ਪਿੰਡਾਂ 'ਚੋਂ ਮੈਂ ਖੇੜੇ ਗਿਆ। ਖੇੜੇ ਦੀ ਇੱਕ ਹੋਰ ਸਮੱਸਿਆ ਸੀ। ਉੱਥੇ ਕੁਝ ਮੈਂ ਕਹਿ ਲਾਂ ਕਿ ਕੁਝ ਇੱਕ ਦੋ ਬੰਦੇ ਐਸੇ ਸੀਗੇ ਜਿਨ੍ਹਾਂ ਦਾ ਜਿਹੜਾ ਸਿਸਟਮ ਆ ਉਹ ਵੈਸੀ ਗਲਤ ਸੀ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਸਵਾਲ ਕਰੋ, ਮੈਂ ਜਵਾਬ ਦਊਂਗਾ। ਮੇਰੇ ਕੋਲ ਜਵਾਬ ਸੀ ਹਰ ਚੀਜ਼ ਦਾ। ਮੈਂ ਆਪਣੇ ਬੰਦਿਆਂ ਨੂੰ ਵੀ ਕਿਹਾ ਕਿ ਪਿੱਛੇ ਹੋ ਜਾਓ, ਇਹਨਾਂ ਦਾ ਮੈਨੂੰ ਜਵਾਬ ਦੇਣ ਦਿਓ। ਐਂਡ ਉਹਨਾਂ ਗੱਲਾਂ ਦਾ ਮੈਂ ਜਵਾਬ ਦਿੱਤਾ। ਉਹਨਾਂ 'ਚੋਂ ਕਿਹਾ ਕਿ ਜੀ ਤੁਸੀਂ ਅੱਜ ਆਏ। ਮੈਂ ਕਿਹਾ ਤੁਸੀਂ ਮੈਨੂੰ ਕਿਸ ਦਿਨ ਸੱਦਿਆ ਸੀ? ਮੈਂ ਕੰਮ ਕਰਨ ਲਈ ਐਮਐਲਏ ਬਣਿਆ ਸੀ। ਮੈਂ ਸੜਕਾਂ ਬਣਾਉਣ ਲਈ, ਮੈਂ ਡਿਵੈਲਪਮੈਂਟ ਲਈ, ਮੈਂ ਸੀਵਰ ਲਈ, ਤੁਹਾਡੇ ਸਕੂਲ ਬਣਾਉਣ ਲਈ, ਤੁਹਾਡੇ ਹੈਲਥ ਸਿਸਟਮ ਇੰਪਰੂਵ ਕਰਨ ਲਈ, ਉਹ ਮੈਂ ਸਾਰਾ ਕੀਤਾ। 600 ਕਰੋੜ ਰੁਪਇਆ ਤਕਰੀਬਨ ਗਿੱਲ ਹਲਕੇ 'ਤੇ ਖਰਚਿਆ। ਅੱਜ ਜਿਹੜੀਆਂ ਸੜਕਾਂ ਦੇ ਉੱਤੇ ਪੀਸੀ ਪੈ ਰਹੀਆਂ ਨਾ, ਉਹ ਪੀਸੀ ਸਾਡਾ ਹੀ ਹੋ ਸੀ, ਕਿਉਂਕਿ ਨਵੰਬਰ ਦਸੰਬਰ ਦੇ ਵਿੱਚ ਟੈਂਪਰੇਚਰ ਡਿੱਗਣ ਦੇ ਨਾਲ ਪੀਸੀ ਨਹੀਂ ਪੈਂਦੀ। ਮੈਂ ਸਾਰੀਆਂ ਸੜਕਾਂ ਦੇ ਉੱਤੇ ਪੱਥਰ ਬਣਾ ਕੇ ਪ੍ਰੋਜੈਕਟ ਬਣਾਤੇ। ਅੱਜ ਤੁਸੀਂ ਦੇਖੋ ਜਾ ਕੇ ਗਿੱਲ ਹਲਕੇ ਕਿੰਨੀਆਂ ਖੂਬਸੂਰਤ ਸੜਕਾਂ ਦੇ ਉੱਤੇ ਜਿਹਦੇ ਤੇ ਲੁੱਕ ਪੈ ਰਹੀ ਹੈ, ਪੀਸੀ ਪੈ ਰਹੀ, ਉਹ ਬਹੁਤ ਹੀ ਵਧੀਆ ਲੱਗਦਾ। ਸੰਗੋਵਾਲ ਸਾਹਿਬ ਕਹਿੰਦੇ ਤਾਂ ਅਸੀਂ ਕਰਵਾ ਰਹੇ ਹਾਂ। ਮੈਨੂੰ ਸੰਗੋਵਾਲ ਸਾਹਿਬ ਨੂੰ ਇੱਕ ਸਵਾਲ ਤੁਸੀਂ ਪੁੱਛਿਆ ਕਿ 1 ਮਹੀਨੇ 'ਚ ਤੁਸੀਂ ਕੀ ਕਰ ਲਿਆ? ਚਲੋ ਮੈਂ ਤੁਹਾਨੂੰ 1 ਮਿੰਟ ਪੁੱਛਦਾ ਸਵਾਲ। ਅਸੀਂ ਪੁੱਛਾਂਗੇ ਉਹਨਾਂ ਕੋਲ ਜਾ ਕੇ, ਕਰਾਂਗੇ ਉਹਨਾਂ ਨੂੰ ਕਿ ਇਹ ਪ੍ਰੋਜੈਕਟ ਕਦੋਂ ਬਣਿਆ ਸੀ, ਇਹ ਪ੍ਰੋਜੈਕਟ ਦੇ ਉੱਤੇ ਪੱਥਰ ਕਦੋਂ ਪਿਆ ਸੀਗਾ, ਕਿ ਇਸ ਪੱਥਰ ਹੁਣ ਤਾਂ ਸਿਰਫ ਪੀਸੀ ਪੈ ਰਹੀ ਹੈ। ਸੰਗੋਵਾਲ ਸਾਹਿਬ ਦਾ ਤੇ ਇਹਦੇ 'ਚ ਰੋਲ ਹੀ ਕੋਈ ਨਹੀਂ। ਉਹਨਾਂ ਨੂੰ ਤਾਂ ABC ਨਹੀਂ ਪਤਾ। ਉਹਨਾਂ ਨੂੰ ਸੜਕਾਂ ਦੀ ਉਹਨਾਂ ਨੂੰ 10 ਸੜਕਾਂ ਦੇ ਨਾਮ ਪੁੱਛ ਲਓ। ਠੀਕ ਹੈ, ਇਹ ਜਿੰਨਾ ਕੰਮ ਕਰਵਾਇਆ ਅਸੀਂ ਕਾਂਗਰਸ ਸਰਕਾਰ 'ਚ ਬਣਾਇਆ। ਸਿਰਫ ਦਸੰਬਰ ਦੇ ਵਿੱਚ ਕਿਉਂਕਿ ਟੈਂਪਰੇਚਰ ਡਾਊਨ ਹੋ ਜਾਂਦਾ, ਲੁੱਕ ਪੈ ਨਹੀਂ ਸਕਦੀ। ਲੁੱਕ ਮਾਰਚ ਅਪ੍ਰੈਲ ਦੇ ਵਿੱਚ ਹੀ ਪੈਣੀ ਹੁੰਦੀ, ਉਹ ਹੁਣ ਪੈ ਰਹੀ ਹੈ। ਨਹੀਂ, ਤੁਸੀਂ ਸਰ ਮੰਨਦੇ ਹੋ ਵੀ ਜਿਵੇਂ ਕਾਂਗਰਸ ਦੇ ਵਿੱਚ ਸਿਆਸੀ ਵੱਡਾ ਘਮਸਾਉਣ ਪਿਆ, ਵੱਡੇ ਲੀਡਰ ਕਹਿ ਲਓ, ਚੰਨੀ ਸਾਹਿਬ ਹਾਰ ਗਏ, ਕਿੰਨਾ ਕੁ ਮੰਨਦੇ ਤੁਸੀਂ ਵੀ ਆਪਦੀ ਹਾਰ ਦਾ ਕਾਰਨ ਜਾਂ ਪੂਰੀ ਕਾਂਗਰਸ? ਮੈਂ ਤੁਹਾਨੂੰ ਬੇਟਾ ਕਾਰਨ ਦੱਸ ਤਾਂ ਚੁੱਕਿਆ ਕਿ ਕਾਂਗਰਸ ਦਾ ਕਲੇਸ਼। ਇੱਕ ਪਾਸੇ ਚੰਨੀ ਸਾਹਿਬ ਕੋਈ ਕੰਮ ਕਰਦੇ ਸੀ, ਦੂਜੇ ਪਾਸ ਸਰਦਾਰ ਨਵਜੋਤ ਸਿੰਘ ਸਿੱਧੂ ਉਹਨੂੰ ਕਹਿੰਦੇ ਸੀ ਨਹੀਂ ਹੋਇਆ, ਠੀਕ ਨਹੀਂ। ਜਿਹੜਾ ਕਲੇਸ਼ ਸੀ ਇੱਕ ਦੂਜੇ ਤੇ ਐਲੀਗੇਸ਼ਨ ਲਾਉਣ ਦਾ, ਤੁਹਾਡੇ ਸਾਹਮਣੇ ਹੀ ਆ। ਪਰ ਚੰਨੀ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀ, ਉਹ ਇੱਕ ਅੱਧਾ ਹੀ ਵਾਅਦਾ ਪੂਰਾ ਹੋਇਆ। ਕੇਵਲ ਮਾਫੀਆ ਦੀ ਗੱਲ ਲੈ ਲਓ, ਰੇਤ ਮਾਫੀਆ ਲੈ ਲਓ, ਵੀ 5 ਰੁਪਏ 10 ਰੁਪਏ ਰੇਤਾ ਨਾ ਤਾਂ ਕੋਈ ਮਾਫੀਆ ਹੈਗਾ। ਮੈਂ ਤੁਹਾਨੂੰ ਅੱਜ ਇੱਕ ਹੋਰ ਗੱਲ ਦੱਸ ਦਿਆਂ, ਇਹ ਤਾਂ ਸਾਡੇ ਪੋਲੀਟੀਕਲ ਬੰਦਿਆਂ ਨੇ ਇੱਕ ਮਾਫੀਆ ਕਿਹੜਾ ਮਾਫੀਆ? ਅੱਜ ਮੈਂ ਸਵਾਲ ਪੁੱਛਦਾ ਆਮ ਆਦਮੀ ਪਾਰਟੀ ਤੋਂ, 3 ਸਵਾਲ ਪੁੱਛਦਾ ਮੈਂ ਆਮ ਆਦਮੀ ਪਾਰਟੀ ਤੋਂ। ਇਹ ਕਹਿੰਦੇ ਸੀ ਜੀ ਸ਼ਰਾਬ ਮਾਫੀਆ। ਚਲੋ ਅੱਜ ਮੈਂ ਇਹਨਾਂ ਤੋਂ ਤੁਸੀਂ ਇੰਟਰਵਿਊ ਕਰ ਰਹੇ ਹੋ ਤਾਂ ਸਵਾਲ ਪੁੱਛਿਆ, ਅਦਰਵਾਈਜ਼ ਤਾਂ ਅਸੀਂ ਇਹਨਾਂ ਨੂੰ ਕਹਿ ਕੇ 3 ਮਹੀਨੇ ਤੇ 6 ਮਹੀਨੇ ਬਾਅਦ ਇਹਨਾਂ ਦੀ ਪ੍ਰੋਗਰੈਸ ਪੁੱਛਾਂਗੇ। ਹੁਣ ਤੁਸੀਂ ਦੇਖੋ, ਲਿਕਰ ਪਾਲਿਸੀ, ਸ਼ਰਾਬ ਮਾਫੀਆ ਦੀ ਗੱਲ ਕਰਦੇ ਆ, ਜਿਹੜੀ ਸਾਡੀ ਪਾਲਿਸੀ ਸੀ ਉਹੀ 3 ਮਹੀਨੇ ਲਈ ਐਕਸਟੈਂਡ ਕਰ ਦਿੱਤੀ। ਇਹਦਾ ਮਤਲਬ ਇਹਨਾਂ ਨੂੰ ਇਹ ਚੰਗੀ ਲੱਗੀ। ਨਹੀਂ ਤਾਂ ਪਹਿਲੇ ਦਿਨ ਆ ਕੇ ਚੇਂਜ ਕਰਦੇ, 31 ਮਾਰਚ ਨੂੰ ਖਤਮ ਹੋ ਜਾਣਾ ਸੀਗਾ, ਉਸ ਤੋਂ ਬਾਅਦ ਫਿਰ ਆਪਣੀ ਪਾਲਿਸੀ ਲੈ ਆਉਂਦੇ। ਕੀ ਇਹ ਸਵਾਲ ਨਹੀਂ ਹੈ ਕਿ ਤੁਸੀਂ ਕਾਂਗਰਸ ਦੀ ਐਕਸਾਈਜ਼ ਪਾਲਿਸੀ 3 ਮਹੀਨੇ ਲਈ ਐਕਸਟੈਂਡ ਕਰਤੀ? ਰੇਤੇ ਦਾ ਕੀ ਕੀਤਾ? ਸੇਮ ਉਹੀ ਚੱਲ ਰਿਹਾ ਸਿਸਟਮ। ਜਿਹੜੇ ਉਦੋਂ ਕੰਟਰੈਕਟਰ ਸੀ ਉਹ ਅੱਜ ਵੀ ਰੇਤ ਕੱਢ ਰਹੇ, ਸਗੋਂ ਰੇਤ ਮਹਿੰਗੀ ਹੋ ਗਈ। ਚੰਨੀ ਸਾਹਿਬ ਨੇ ਕਿਹਾ ਸੀਗਾ ਕਿ 10 ਰੁਪਏ ਰੇਤਾ ਮਿਲਣ ਲੱਗ ਜੂਗਾ, ਕੇਵਲ 100 ਰੁਪਏ ਹੋ ਜੂਗੀ, ਪਰ ਇਦਾਂ ਕੁਝ ਦੇਖਣ ਨੂੰ ਮਿਲਿਆ। ਰੇਤਾ ਬਿਲਕੁਲ ਸਸਤਾ ਹੋਇਆ ਸੀਗਾ। ਕੇਬਲ ਦੇ ਉੱਤੇ ਕੋਈ ਐਕਸ਼ਨ, ਕਿਉਂਕਿ 3 ਮਹੀਨੇ 111 ਦਿਨ ਤਾਂ ਮਿਲੇ ਯਾਰ। ਇਹੀ ਕਿਤੇ 2 ਸਾਲ ਮਿਲੇ ਹੋਏ, ਅੱਜ ਨਜ਼ਾਰਾ ਹੀ ਕੁਝ ਹੋਰ ਹੋਣਾ ਸੀਗਾ। ਕਿਉਂਕਿ ਕੈਪਟਨ ਸਾਹਿਬ ਵੀ ਕਾਂਗਰਸ ਨੂੰ ਠੇਂਗਾ ਦਿਖਾ ਕੇ ਗਏ ਨੇ। ਨਹੀਂ, ਕੋਈ ਠੇਂਗੇ ਠੁੰਗੇ ਵਾਲਾ ਮਸਲਾ ਨਹੀਂ। ਦੇਖੋ, ਪਰਿਵਾਰਾਂ 'ਚ ਲੜਾਈ ਨਹੀਂ ਹੁੰਦੀ ਆਪਣੇ, ਹਰ ਰੋਜ਼ ਪਿੰਡਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ। ਥਾਣਿਆਂ 'ਚ ਬੈਠੇ ਆ, ਭੈਣ ਭਰਾ ਸਕੇ ਲੜੇ ਬੈਠੇ ਆ, ਕਦੇ ਭੂਆ ਲੜ ਪਈ, ਕਦੇ ਫੁੱਫੜ ਲੜ ਪਿਆ, ਲੜੇ ਆ ਨਾ। ਉਹ ਪਾਰਟੀਆਂ 'ਚ ਵੀ ਲੜਾਈ ਹੁੰਦੀ ਹੈ। 4.5 ਇਸ ਲੜਾਈ ਨੂੰ ਬਿਲਕੁਲ ਮੈਂ ਐਡਮਿਟ ਕਰਦਾ। ਸਾਰਿਆਂ ਦੀ ਚੀਜ਼ ਲੁਕਾਉਣ ਦੀ ਲੋੜ ਹੀ ਨਹੀਂ। ਸਾਡੀ ਲੀਡਰਸ਼ਿਪ ਦੀ ਲੜਾਈ ਕਰਕੇ ਲੋਕਾਂ ਨੇ 3rd ਫਰੰਟ ਨੂੰ ਚੁਣਿਆ। ਤੁਸੀਂ ਮੰਨਦੇ ਹੋ ਇਸ ਗੱਲ ਨੂੰ? ਯਾਰ ਮੈਂ ਤੀਜੀ ਵਾਰੀ ਰਿਪੀਟ ਕਰ ਦਿੱਤਾ ਬੇਟਾ, ਹੋਰ ਕਿੱਦਾਂ ਕਰਾਂ? ਮਤਲਬ ਕਹਿਣ ਦਾ ਵੀ ਜਿਵੇਂ ਮੈਨੂੰ ਤੇਰੀ ਸਮਝ ਨਹੀਂ ਲੱਗ ਰਹੀ ਬੇਟਾ।
मैं तीजी वारी ये गल रिपीट करती, फिर तू कहता कि मंनदे हो। मैं तो टीवी ते अज थोड़ी, मैं तो 10 मार्च तो बाद दा कह रहा कि साडी कलेश ने, साडी लड़ाई ने थर्ड फ्रंट पावर च लैके आंदा। ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਵਿੱਚ ਜਾਣਾ ਕਿੰਨਾ ਕੁ ਸਰ ਸਹੀ ਮੰਨਦੇ ਤੁਸੀਂ? ਇਹ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੋ, ਇਹ ਤਾਂ ਉਹਨਾਂ ਦੀ ਮਰਜ਼ੀ ਹੈ, ਇਹ ਤਾਂ ਇੰਡੀਵਿਜੂਅਲ ਹੈ, ਇਹ ਤਾਂ ਸਵਾਲ ਉਹਨਾਂ ਨੂੰ ਕਰੋ। ਹਾਂ, ਕੀ ਲੱਗਦਾ ਸਰ ਹੁਣ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ, ਪੰਜਾਬ ਨੂੰ ਕੀ ਮਤਲਬ ਮੈਸੇਜ ਦੇਣਾ ਚਾਹੁੰਦੇ ਹੋ ਕਾਂਗਰਸ ਝਾੜੂ ਦੇ ਪ੍ਰਤੀ? ਮਤਲਬ ਇਸ ਤਰ੍ਹਾਂ ਆ, ਇੱਕ ਬਾਬਾ ਫਰੀਦ ਦਾ ਸ਼ਲੋਕ ਹੈ, ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਠੀਕ ਹੈ, ਜਿਨ੍ਹਾਂ ਨੂੰ ਆਪਾਂ ਮਹਾਰਾਜਾ ਹੀ ਕਹਿੰਦੇ ਸੀ, ਕਿੰਗ ਕਹਿੰਦੇ ਸੀ, ਕੋਈ ਅਕਬਰ ਬਾਦਸ਼ਾਹ, ਕੋਈ ਫਲਾਨਾ ਬਾਦਸ਼ਾਹ, ਸੰਸਾਰ ਦੀ ਹਿਸਟਰੀ ਦੱਸਦਾ, ਅੱਜ ਕਿੱਥੇ ਨੇ? ਇਹ ਜ਼ਿੰਦਗੀ ਦਾ ਸਾਈਕਲ ਆ ਮਿੱਤਰਾ, ਇਹ ਧੁੱਪ ਤੇ ਛਾਂ, ਸਵੇਰ ਤੇ ਰਾਤ, ਇਹ ਹੋਣੀ ਹੈ। ਇੱਕ ਬੰਦਾ ਕਹਿੰਦਾ ਜੀ ਅਸੀਂ ਜੀ ਇੱਦਾਂ ਆਮ ਆਦਮੀ ਪਾਰਟੀ ਨੇ, ਮੈਂ ਕਿਹਾ ਪਿਛਲੇ 17 ਦੇ ਵਿੱਚ ਤੁਹਾਡੀਆਂ 20 ਸੀਟਾਂ ਸੀ, ਅਸੀਂ 81 ਸੀਟਾਂ ਨਾਲ ਜਿੱਤ ਕੇ ਆਏ ਸੀ। ਸੋ ਇਹ ਜ਼ਿੰਦਗੀ ਦਾ ਸਾਈਕਲ ਆ ਬੇਟਾ। ਇਹਨਾਂ ਦੀਆਂ 20 ਸੀਟਾਂ ਸੀ, 18 ਸੀਟਾਂ ਕਾਂਗਰਸ ਦੀਆਂ ਆਈਆਂ ਨੇ ਹੁਣ, ਤੇ ਇਹਨਾਂ ਦੇ 20 ਚੋਂ 12 MLA ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੇ ਗਏ ਸੀ, ਕੋਈ ਕਾਰਨ ਰਿਹਾ ਹੋਏਗਾ। ਸੋ ਇਹ ਬੇਟੇ ਜ਼ਿੰਦਗੀ ਦਾ ਸਾਈਕਲ ਹੈ, ਇਹ ਕਿਤੇ ਪਰਮਾਨੈਂਟ ਨਹੀਂ। ਜੇ ਆਪਣੇ ਆਪ ਨੂੰ ਪਰਮਾਨੈਂਟ ਸਮਝਦੇ ਆ, ਮੈਂ ਕਹਿੰਦਾ ਸਭ ਤੋਂ ਮੂਰਖ ਹੈ, ਮੂਰਖਤਾ ਇਹ। ਕੋਈ ਦੁਨੀਆ ਤੇ ਸਥਿਰ ਨਹੀਂ ਹੈ। ਠੀਕ ਹੈ, ਆਪਾਂ ਹਿਸਟਰੀ ਕੱਢ ਲਓ, ਸਾਰੇ ਵਰਲਡ ਦੀ ਹਿਸਟਰੀ ਕੱਢ ਲਓ, ਕਿੱਥੇ ਟੈਂਡੇ ਮਾਪੜੇ ਜਿੰਨੀ ਤੂੰ ਜਣਿਓ, ਤੈ ਪਾਸਿਓਂ ਲੱਦ ਗਏ ਤੂੰ ਅਜੇ ਨਾ ਪਤਿਓ। ਬਾਬਾ ਫਰੀਦ ਨੇ ਕਿਆ ਖੂਬਸੂਰਤ ਲਾਈਨਾਂ ਕਹੀਆਂ ਨੇ ਕਿ ਤੈਨੂੰ ਜਿਸ ਬੰਦਿਆਂ ਨੇ ਜਨਮ ਦਿੱਤਾ, ਮਾਂ ਪਿਓ ਨੇ ਜਨਮ ਦਿੱਤਾ, ਉਹੀ ਨਹੀਂ ਰਹੇ। ਸੋ ਇਹ ਬੇਟੇ ਧੁੱਪ ਛਾਇਆ ਦਿਨ ਰਾਤ ਹੈ। 17 ਦੇ ਵਿੱਚ ਅਸੀਂ 77 ਸੀਟਾਂ ਜਿੱਤੀਆਂ, ਉਸ ਤੋਂ ਬਾਅਦ 4 ਬਾਈ ਇਲੈਕਸ਼ਨ 81 ਜਿੱਤੀਆਂ। ਅੱਜ ਇਹ ਆ ਗਏ, ਇਹਨਾਂ ਦੀਆਂ 20 ਸੀਟਾਂ ਸੀ, ਸਾਡੀਆਂ 18 ਆ ਗਈਆਂ। ਇਹ ਪਿਛਲੀ ਵਾਰੀ ਆਪੋਜੀਸ਼ਨ ਸੀ, ਅਸੀਂ ਇਸ ਵਾਰੀ ਆਪੋਜੀਸ਼ਨ 'ਚ ਹੈ। ਠੀਕ ਹੈ, 24 ਦੀ ਪਾਰਲੀਮੈਂਟ ਇਲੈਕਸ਼ਨ ਆਉਣੀ ਹੈ, 27 ਦੀ ਵਿਧਾਨ ਸਭਾ, ਰਿਜ਼ਲਟ ਡਿਫਰੈਂਟ ਹੋਣਗੇ। ਸੋ ਇਹ ਸਮਝਣ ਆਪਣੇ ਆਪ ਨੂੰ, ਬਸ ਜੀ ਹੁਣ ਅਸੀਂ ਤਾਂ ਜੀ, ਮੈਂ ਇੱਕ ਸਟੇਟਮੈਂਟ ਇਹਨਾਂ ਦੀ ਪੜ੍ਹ, ਜਿਵੇਂ ਮੋਦੀ ਕਹਿੰਦਾ, ਬਿਲਕੁਲ ਮੋਦੀ ਦੇ ਕਦਮਾਂ 'ਤੇ ਚੱਲ ਰਹੇ ਨੇ ਆਪਣੇ ਭਗਵੰਤ ਮਾਨ ਜੀ, ਉਹਦੇ ਰਸਤੇ 'ਤੇ, ਕਿ ਮੁੱਦਿਆਂ ਨੂੰ ਨਹੀਂ ਹੁਣ ਛੇੜਨਾ, ਹੁਣ ਮੁੱਦਿਆਂ ਤੋਂ ਲੋਕਾਂ ਨੂੰ ਭਟਕਾਓ। ਕਿੱਥੇ ਐਕਸਾਈਜ਼ ਪਾਲਿਸੀ, ਕਿੱਥੇ ਆ ਰੇਤੇ ਦੀ ਪਾਲਿਸੀ, ਕਿੱਥੇ ਆ ਰੂਰਲ ਡਿਵੈਲਪਮੈਂਟ ਫੰਡ, ਕਿੱਥੇ ਆ ਟਰਾਂਸਪੋਰਟ, ਕਿੱਥੇ ਆ ਹੈਲਥ ਸਿਸਟਮ। ਪਰ ਉਹ ਕਹਿੰਦੇ ਸਾਨੂੰ ਮਹੀਨਾ ਸਵਾ ਮਹੀਨਾ ਹੋਇਆ, ਹਾਲੇ ਦੇਖੋ ਸਹੀ। ਨਹੀਂ, ਮੈਂ ਤਾਂ ਟਾਈਮ ਦੇ ਰਿਹਾ, ਮੈਂ ਤਾਂ ਹਰ ਚੈਨਲ ਤੇ ਕਹਿਣਾ ਕਿ ਅੱਜ ਮੈਂ ਸਵਾਲ ਨਹੀਂ ਕਰਦਾ, ਪਰ 2 ਸਵਾਲ ਵੱਡੇ ਨੇ। ਇਹ ਕਹਿੰਦੇ ਸੀ 20,000 ਕਰੋੜ ਰੁਪਇਆ ਅਸੀਂ ਰੇਤੇ 'ਚੋਂ ਲੈ ਆਵਾਂਗੇ, 30,000 ਕਰੋੜ ਰੁਪਇਆ ਅਸੀਂ ਸ਼ਰਾਬ ਮਾਫੀਆ 'ਚ ਲਿਆਉਣ, ਨਾ ਦਿਖਾਉਣ 6 ਮਹੀਨੇ ਕੀ, ਮੈਂ ਤਾਂ ਕਹਿੰਦਾ ਸਾਲ 'ਚ ਲਿਆਉਣ। ਇਹ ਗੱਲਾਂ ਕਰਕੇ ਇਹਨਾਂ ਨੇ ਢਿੱਡ ਭਰਿਆ। ਦਿੱਲੀ ਮਾਡਲ ਨਾਲੋਂ ਪੰਜਾਬ ਮਾਡਲ ਮੱਚ ਬੈਟਰ ਹੈ। ਆ ਪਿੱਛੇ ਜੇ 4 ਦਿਨ ਪਹਿਲਾਂ ਭਗਵੰਤ ਮਾਨ ਜੀ ਦਾ ਮੈਂ ਪੜ੍ਹਿਆ ਕਿ ਦਿੱਲੀ ਸਕੂਲ ਦੇਖਣ ਜਾ ਰਹੇ ਨੇ। ਇਹ 10 ਸਾਲ ਉੱਥੇ ਦਿੱਲੀ ਹੋ ਰਹੇ ਨੇ, ਇਹਨਾਂ ਨੇ ਸਕੂਲ ਨਹੀਂ ਵੇਖੇ 10 ਸਾਲਾਂ 'ਚ। ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕੀਤੀ ਹੈ, ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਬਣ ਗਏ ਹੋ, ਪੰਜਾਬ ਨੂੰ ਡੀਗ੍ਰੇਡ ਨਾ ਕਰੋ। ਪੰਜਾਬ ਦੇ ਸਕੂਲ ਅੱਜ ਵੀ ਦਿੱਲੀ ਸਕੂਲਾਂ ਨਾਲੋਂ ਬੈਟਰ ਨੇ, ਪੰਜਾਬ ਦੇ ਰਿਜ਼ਲਟ ਅੱਜ ਵੀ ਦਿੱਲੀ ਨਾਲੋਂ ਬੈਟਰ ਨੇ। ਦਿੱਲੀ ਵੱਖਰੀ ਰਾਜ ਹੈ, ਪੰਜਾਬ ਵੱਖਰਾ ਰਾਜ ਹੈ। ਇਸ ਕਰਕੇ ਅਗਰ ਸਕੂਲ ਦੇਖਣ ਜਾਣੇ, ਯਾਰ ਸਕੂਲ ਤੁਸੀਂ ਲੁਧਿਆਣਾ ਪੰਜਾਬ ਦੇ ਸਕੂਲ ਵੇਖ ਲਓ। 32 ਕਰੋੜ ਰੁਪਇਆ ਅਸੀਂ ਸਕੂਲਾਂ 'ਤੇ ਖਰਚਿਆ ਗਿੱਲ ਹਲਕੇ ਦੇ ਵਿੱਚ। 32, 2 ਇੰਸਟੀਟਿਊਸ਼ਨ, ਇੱਕ ਇੰਸਟੀਟਿਊਸ਼ਨ ITI ਕਾਲਜ 9 ਕਰੋੜ ਰੁਪਏ ਦਾ, ਉਹ 16 ਕਰੋੜ ਰੁਪਏ ਦੀ ਅਸੀਂ ਡਿਵੈਲਪਮੈਂਟ ਕਰਾਈ। ਇੱਕ ਇੱਥੇ 2 ਕਰੋੜ ਨਾਲ ਸਕਿੱਲ ਸੈਂਟਰ ਬਣਾਇਆ, ਮੈਰਿਜ ਪੈਲੇਸ ਬਣਾਇਆ, ਬਹੁਤ ਸੜਕਾਂ ਦਾ ਜਾਲ ਵਿਛਾਤਾ। ਇਹੋ ਜਿਹੀਆਂ ਸੜਕਾਂ ਬਣਾਤੀਆਂ ਜਿਹੜੀਆਂ ਸੜਕਾਂ ਕਦੇ ਗਿੱਲ ਹਲਕੇ 'ਚ ਪਹਿਲਾਂ ਬਣੀਆਂ ਨਹੀਂ। ਜਾ ਕੇ ਵੇਖੋ ਬੇਟਾ, ਮੈਂ ਤਾਂ ਕਹਿੰਦਾ ਆਪਣੇ ਕੈਮਰੇ ਕਮਾਓ। ਮੈਨੂੰ ਤੁਸੀਂ ਇਹ ਦੱਸੋ ਕਿ ਲੋਕਲ MLA ਕਹਿੰਦਾ ਕਿ ਜੀ ਅਸੀਂ ਸੜਕਾਂ ਬਣਾ ਰਹੇ ਹਾਂ। ਇਹਨਾਂ ਨੂੰ ਪੁੱਛੋ ਵੀ ਇਹਦਾ ਪ੍ਰੋਜੈਕਟ ਕਦੋਂ ਬਣਿਆ ਸੀ, ਇਹਦੇ 'ਤੇ ਪੱਥਰ ਕਦੋਂ ਪਿਆ ਸੀ। ਉਹ ਤਾਂ PC ਪੈ ਰਹੀ, 1 ਮਹੀਨੇ 'ਚ ਕਰ ਸਕਦੇ ਨੇ, ਕੁਛ ਵੀ ਨਹੀਂ ਕਰ ਸਕਦੇ। ਇਹ ਜਿਹੀਆਂ ਗੱਲਾਂ, ਲੋਕ ਪੰਜਾਬ ਦੇ ਸਿਆਣੇ ਨੇ, ਗਿੱਲ ਹਲਕੇ ਦੇ ਲੋਕ ਵੀ ਸਿਆਣੇ ਨੇ, ਬਹੁਤ ਸਮਝਦਾਰ ਨੇ। ਠੀਕ ਹੈ, ਇੱਕ ਹਨੇਰੀ ਆਈ, ਉਹ ਚਲਾਂਗੇ, ਲੇਕਿਨ ਲੋਕ ਯਾਦ ਕਰਨਗੇ ਤੁਹਾਡੇ ਭਰਾ ਨੂੰ। ਹਾਂ ਸਰ, CM ਮਾਨ ਦੇ ਵੱਲੋਂ ਪਿਛਲੇ ਨਹੀਂ ਕਿਹਾ ਗਿਆ ਸੀਗਾ ਕਿ ਪੈਨਸ਼ਨ ਸਿਸਟਮ ਨੂੰ ਲੈ ਕੇ ਤੁਸੀਂ ਵੀ ਉਹ 'ਤੇ ਮੁੱਦਾ ਚੁੱਕਿਆ ਸੀਗਾ ਕਿ ਸਾਡਾ 50-60 ਹਜ਼ਾਰ ਨਾਲ ਗੁਜ਼ਾਰਾ ਨਹੀਂ ਹੁੰਦਾ, ਪਰ ਕਿੱਦਾਂ ਤੁਸੀਂ? ਬਿਲਕੁਲ ਗਲਤ ਗੱਲ ਹੈ। ਮੇਰੀ ਜਿਹੜੀ ਉਹ ਕਲਿੱਪਿੰਗ ਸੀ ਚੈਨਲਾਂ ਨੇ ਗਲਤ ਚਲਾਈ। ਮੈਂ ਸਾਰੇ MLA ਨੂੰ ਅੱਜ ਵੀ ਕਹਿਣਾ ਕਿ MLA ਦਾ ਜਿਹੜਾ ਸਟੇਟਸ ਹੈ ਉਹ ਚੀਫ ਸੈਕਟਰੀ ਦੇ ਬਰਾਬਰ ਹੈ। ਜੇ ਚੀਫ ਸੈਕਟਰੀ ਕੰਮ ਕਰਦਾ ਉਹਨੂੰ ਤਨਖਾਹ ਚਾਹੀਦੀ ਹੈ, MLA ਨੂੰ ਕਿਉਂ ਨਹੀਂ ਚਾਹੀਦੀ? ਮੇਰੀ ਗੱਲ ਲੋਕਾਂ ਨੇ ਧਿਆਨ ਨਾਲ ਨਹੀਂ ਸੁਣੀ। ਮੈਂ ਕਿਹਾ ਸੀ ਕਿ ਇੱਕ ਪੈਨਸ਼ਨ ਚਲੋ ਮੰਨ ਲਿਆ, ਜਿਹੜੀ ਅਗਲੀਆਂ ਪੈਨਸ਼ਨਾਂ ਨਹੀਂ ਹੈ ਟਰਮਾਂ ਦੀਆਂ, ਉਹ ਇਨਕਰੀਮੈਂਟ ਆ 50,000 ਰੁਪਏ। ਮੈਂ ਕਿਹਾ ਸੀ ਉਹ ਗਲਤ ਆ, ਉਹ ਨਹੀਂ ਹੋਣੀ ਚਾਹੀਦੀ। ਮੈਂ ਇਹ ਗੱਲ ਕਹੀ ਸੀ ਕਿ ਇਹਨੂੰ ਪ੍ਰਾਈਸ ਦੇ ਨਾਲ
ਇਨਫਲੇਸ਼ਨ ਦੇ ਨਾਲ ਜੋੜੋ। ਜਿਵੇਂ ਅਫਸਰਾਂ ਦੀਆਂ ਸੈਲਰੀ ਵਧਦੀਆਂ ਨੇ ਜਾਂ ਅਫਸਰਾਂ ਦੀ ਪੈਨਸ਼ਨ ਵਧਦੀ ਹੈ ਉਹਦੇ ਨਾਲ ਕਰੋ। ਇਹ ਤਾਂ ਕਿਸੇ ਨੇ ਸੋਚਿਆ ਨਹੀਂਗਾ। ਉਹ ਜੀ ਕੁਲਦੀਪ ਸਿੰਘ ਕਹਿੰਦਾ 70,000 ਨਾਲ ਗੁਜ਼ਾਰਾ ਨਹੀਂ ਹੁੰਦਾ। ਮੇਰਾ ਤਾਂ ਗੁਜ਼ਾਰਾ ਬਹੁਤ ਵਧੀਆ ਹੁੰਦਾ। ਕਿਉਂਕਿ ਉਹਨੇ ਰਿਪਲਾਈ ਵੀ ਕੀਤਾ ਸੀ ਨਾ, ਉਹ ਕਹਿੰਦੇ ਵੀ ਅਸੀਂ ਕਿਹੜਾ ਤੁਹਾਨੂੰ ਕਾਰਡ ਪਾ ਕੇ ਬੁਲਾਇਆ ਵੀ ਤੁਸੀਂ ਕੋਈ ਹੋਰ ਕੰਮ ਕਰ ਲਓ। ਨਹੀਂ ਨਹੀਂ ਨਹੀਂ, ਇਹ ਗਲਤ ਗੱਲਾਂ ਨੇ ਲੋਕਾਂ ਦੀਆਂ। ਤੁਸੀਂ ਕਾਕਾ, ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਤੁਸੀਂ ਆਪਣੀ ਰੋਟੀ ਰੋਜ਼ੀ ਕਮਾਉਂਦੇ ਹੋ? ਚੁਆਇਸ ਨਾਲ ਆਏ ਹੋਏ ਨੇ ਇਹਦੇ ਵਿੱਚ। ਜੇ ਤੁਹਾਡਾ ਚੈਨਲ ਤੁਹਾਨੂੰ ਰੋਟੀ ਦੇਣੀ ਬੰਦ ਕਰ ਦੇ ਫਿਰ ਕੀ ਕਰੋਗੇ? ਕੀ ਕਰ, ਉੱਥੇ ਵੀ ਤਾਂ ਤਨਖਾਹ ਲਓਗੇ ਨਾ। ਤੇ ਫਿਰ ਨਾ ਲਓ ਨਾ ਤਨਖਾਹ, ਤੁਸੀਂ ਲੋਕਾਂ ਦੀ ਸੇਵਾ ਕਰੋ, ਭੁੱਖੇ ਮਰੋ। ਇਸ ਤਰ੍ਹਾਂ ਨਹੀਂ ਹੁੰਦਾ। ਹਰ ਚੀਜ਼ ਦਾ ਇੱਕ ਸਿਸਟਮ ਹੈ। ਹਰ ਬੰਦੇ ਦੀ ਕੁਆਲੀਫਿਕੇਸ਼ਨ ਦੇ ਮੁਤਾਬਕ ਉਹਦਾ ਇੱਕ ਰੁਜ਼ਗਾਰ ਲੱਗਦਾ ਹੈ। ਹੁਣ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਪੁੱਛਣਾ ਚਾਹੁੰਦਾ। ਜਿਹੜੇ ਮੇਰੇ ਰਿਸਪੈਕਟਡ ਆਨਰੇਬਲ ਆਮ ਆਦਮੀ ਪਾਰਟੀ ਦੇ ਐਮਐਲਏ ਬਣੇ ਆ, ਮੈਂ ਕਿਸੇ ਤੇ ਕਿੰਤੂ ਪਰੰਤੂ ਨਹੀਂ ਬਣਦਾ। ਉਹਨਾਂ ਨੇ ਲੋਕਾਂ ਨੂੰ, ਘਰ ਆਇਆਂ ਨੂੰ ਕੋਈ ਆਪਣੇ ਪੰਜਾਬ ਦਾ ਚਾਹ ਪਾਣੀ ਵੀ ਪਿਲਾਉਣਾ, ਮਾੜੀ ਮੋਟੀ ਕਿਤੇ ਰੋਟੀ ਵੀ ਖਾਣੀ ਹੈ, ਕਿਸੇ ਦੇ ਆਉਣਾ ਜਾਣਾ, ਕੋਈ ਸ਼ਗਨ ਵੀ ਦੇਣਾ, ਕੁਝ ਕਰਨਾ। ਕਿੱਥੋਂ ਕਰਨਗੇ? ਕਾਮਨ ਗੱਲ ਬਸ ਆਹੀ ਤਾਂ ਮੈਂ ਗੱਲ ਕਹੀ ਸੀ। ਉਹ ਮੇਰੀ ਗੱਲ ਨੂੰ ਗਲਤ ਲੈ ਲਿਆ। ਮੈਂ ਤਾਂ ਇਹ ਕਿਹਾ ਸੀਗਾ, ਜਿਵੇਂ ਤੁਹਾਨੂੰ ਅੱਜ ਮੈਂ ਤੁਹਾਨੂੰ ਸਵਾਲ ਦੂਜੀ ਵਾਰੀ ਪੁੱਛਦਾ। ਆਹ ਮੁੰਡਾ ਖੜਾ ਕੈਮਰੇ ਵਾਲਾ, ਤੁਹਾਨੂੰ ਆਹ ਚੈਨਲ ਤੋਂ ਨਾ ਲਓ ਬੇਟੇ, ਸੇਵਾ ਕਰੋ। ਤੁਸੀਂ ਕਿਉਂ ਕਰਦੇ ਹੋ? ਤੁਸੀਂ ਪਬਲਿਕ 'ਚ ਆਏ ਹੋ, ਨਾ ਤਨਖਾਹ ਨਾ ਤੁਸੀਂ ਲਿਆ ਕਰੋ, ਜੀ ਲਓਗੇ। ਗੁਜ਼ਾਰੇ ਜੋਗੀ ਤਾਂ ਲਵਾਂਗੇ ਨਹੀਂ, ਨਾ ਲਓ ਗੁਜ਼ਾਰੇ ਜੋਗੀ। ਇੱਕ ਕਲਰਕ ਭਰਤੀ ਹੁੰਦਾ, ਉਹਦੀ ਤਨਖਾਹ ਵੱਖਰੀ ਹੈ। ਸੁਪਰਡੈਂਟ ਬਣਦਾ, ਉਹਦੀ ਤਨਖਾਹ ਵੱਖਰੀ ਹੈ। ਇੱਕ ਕੋਈ ਆਫੀਸਰ ਬਣਦਾ, ਉਹਦੀ ਤਨਖਾਹ ਵੱਖਰੀ ਹੈ। ਚੀਫ ਸੈਕਟਰੀ ਦੀ ਤਨਖਾਹ ਵੱਖਰੀ ਹੈ। ਕੀ ਆਪਾਂ ਸੰਸਾਰ ਦੇ ਵਿੱਚ ਕੀ ਪੀਐਨ ਦੀ ਤਨਖਾਹ ਤੇ ਚੀਫ ਸੈਕਟਰੀ ਦੀ ਤਨਖਾਹ ਬਰਾਬਰ ਕਰ ਸਕਦੇ ਹਾਂ? ਫਿਰ ਸਵਾਲ ਕਿਉਂ ਕਰਦੇ ਹੋ? ਸਾਡਾ ਤਾਂ ਮੀਡੀਆ ਦਾ ਕੰਮ ਹੈ ਇਸ ਸਵਾਲ ਕਰਨਾ। ਜੋ ਲੋਕਾਂ ਦੇ ਵਿਊ ਆ ਰਹੇ ਨੇ, ਉਹਨਾਂ ਦੇ ਕਮੈਂਟ ਆ ਰਹੇ ਨੇ, ਲੋਕਾਂ ਨੂੰ ਤੁਹਾਨੂੰ ਸਮਝਾਉਣਾ ਵੀ ਚਾਹੀਦਾ ਹੈ, ਇਕੱਲੇ ਕਮੈਂਟ ਨਹੀਂ। ਜੇ ਮੈਂ ਸੱਚਾਈ ਬੋਲੀ ਤਾਂ ਉਹਦੇ ਲਈ ਬੜਾ ਹਿਊ ਐਂਡ ਕਰਾਈ ਹੋ ਗਿਆ। ਸਮਝ ਕਿੱਥੇ ਹੈ? ਮੈਂ ਤਾਂ ਤੁਹਾਨੂੰ ਚੌਥੀ ਵਾਰੀ ਸਵਾਲ ਕਰਦਾ ਕਿ ਜਿੰਨੇ ਵੀ ਸਾਡੇ ਲੀਡਰ ਸਾਹਿਬਾਨ, ਲੀਡਰਾਂ ਨੂੰ ਐਵੇਂ ਜੀ ਭੰਡੀ ਜਾਣਾ। ਮੈਂ ਇਰਰਿਸਪੈਕਟਿਵ ਆਫ ਐਨੀ ਪੋਲੀਟੀਕਲ ਪਾਰਟੀ, ਆਮ ਆਦਮੀ ਪਾਰਟੀ ਦੇ ਐਮਐਲਏ ਵੀ ਜਿੱਤੇ ਨੇ, ਸਾਡੇ ਸਾਥੀ ਨੇ। ਜਿਹੜੇ ਪਿਛਲੇ 20 ਸੀ ਉਹ ਵੀ ਮੇਰੇ ਸਾਥੀ ਨੇ। ਅਸੀਂ ਇਕੱਠੇ ਵਿਧਾਨ ਸਭਾ 'ਚ ਬੈਠਦੇ ਸੀ, ਇਕੱਠੇ ਚਾਹ ਪਾਣੀ ਪੀਂਦੇ ਸੀ, ਇੱਕ ਦੂਜੇ ਦੇ ਘਰ ਜਾਂਦੇ ਸੀ, ਆਉਂਦੇ ਸੀਗੇ। ਜਿਹੜੇ ਉਹਨਾਂ ਦੇ ਕੋਈ ਕੰਮਕਾਰ ਸੀ ਅਸੀਂ ਕਰਦੇ ਸੀਗੇ, ਉਹ ਹੁਣ ਵੀ ਹੁੰਦੇ ਆ। ਹੁਣ ਅਗਰ ਮੈਂ ਚੀਫ ਮਿਨਿਸਟਰ ਸਾਹਿਬ ਕੋਲੇ ਕਿਸੇ ਕੰਮ ਨੂੰ ਜਾਵਾਂ, ਉਹ ਕਿਤੇ ਨਾ ਕਰਨਗੇ? ਨੋ, ਬਿਲਕੁਲ ਨਹੀਂ। ਸੋ ਇਸ ਕਰਕੇ ਬੇਟਾ, ਸੱਚਾਈ ਤੋਂ ਕਦੇ ਭੱਜਣਾ ਨਹੀਂ ਚਾਹੀਦਾ। ਜੋ ਜ਼ਿੰਦਗੀ ਦੀਆਂ ਸੱਚਾਈਆਂ ਨੇ, ਹੁਣ ਕਈ ਬੰਦੇ ਕਹਿ ਦੇਣਗੇ ਜੀ, ਹੁਣ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ। ਹਰਭਜਨ ਭੱਜੀ ਜਿਹੜੇ ਸਾਡੇ ਕ੍ਰਿਕਟਰ ਹੈ, ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਕਿ ਜੀ ਮੈਂ ਤਨਖਾਹ ਨੂੰ ਇੱਦਾਂ ਉਹਨਾਂ ਨੂੰ ਤੇ ਲਾਵਾਂਗਾ। ਭੱਜੀ ਸਾਹਿਬ, ਪੰਜਾਬ ਦੇ ਲੋਕਾਂ ਨੂੰ ਖੈਰਾਤ ਦੀ ਲੋੜ ਨਹੀਂ ਹੈ। ਤੁਸੀਂ ਕੰਮ ਕਰੋ ਪੰਜਾਬ ਲਈ। ਵਿਧਾਨ ਉੱਥੇ ਰਾਜ ਸਭਾ 'ਚ ਗਏ ਹੋ, ਪੰਜਾਬ ਦੇ ਮੁੱਦੇ ਉਠਾਓ। ਸਾਨੂੰ ਤੁਹਾਡੀਆਂ ਤਨਖਾਹਾਂ ਦੀ ਲੋੜ ਨਹੀਂ ਹੈ। ਪੰਜਾਬ ਦੇ ਲੋਕ ਕਿਤੇ ਭਿਖਾਰੀ ਨੇ ਜੀ? ਮੈਂ ਜੀ ਆਪਣੀ ਤਨਖਾਹ, ਉਹਨਾਂ ਨੇ ਮੈਨੂੰ ਹੁਣ ਯਾਦ ਨਹੀਂ ਕੀ ਕਿਹਾ, ਕਿ ਮੈਂ ਪਤਾ ਨਹੀਂ ਕਿਸਾਨਾਂ ਦੇ ਪਰਿਵਾਰਾਂ ਵਾਸਤੇ ਕੁਝ ਇਹੋ ਜਿਹਾ ਉਹਨਾਂ ਨੇ ਲਫ਼ਜ਼ ਕਿਹਾ। ਗਰੀਬ ਕਿਸਾਨਾਂ ਦੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ, ਹਾਂ, ਕਿੰਨੀ ਤਨਖਾਹ ਉਹਦੀ, ਕਿੰਨਾ ਕੁ ਉਹ ਮਸਲਾ ਹੱਲ ਕਰ ਦੂਗਾ? ਇਹ ਡਰਾਮੇਬਾਜ਼ੀ ਨਹੀਂ ਚਾਹੀਦੀ। ਮੈਂ ਇਸ ਚੀਜ਼ 'ਚ ਵਿਸ਼ਵਾਸ ਨਹੀਂ ਕਰਦਾ। ਠੀਕ ਹੈ, ਉਹਦੇ ਕੋਲ ਬਹੁਤ ਪੈਸੇ ਹੈ, ਕ੍ਰਿਕਟ ਖੇਡਦਾ ਹੈ, ਪਰ ਜਿਹੜਾ ਕੰਮ ਕਰਨ ਵਾਲਾ ਨਾ ਬੇਟੇ, ਇਹ ਤੁਸੀਂ ਲੋਕ ਵੀ ਚੱਕਿਆ ਕਰੋ। ਸੱਚਾਈ ਤੋਂ ਨਾ ਭੱਜਿਆ ਕਰੋ ਕਦੇ। ਰਾਜ ਸਭਾ 'ਚ ਜਾਣ, ਉੱਥੇ ਪੂਰਾ ਸੈਸ਼ਨ ਅਟੈਂਡ ਕਰਨ, ਪੰਜਾਬ ਦੇ ਮੁੱਦੇ ਚੱਕਣ, ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ, ਤਾਂ ਜਸਟੀਫਿਕੇਸ਼ਨ ਆ ਮੈਂ ਜੀ ਤਨਖਾਹ ਡੋਨੇਟ ਕਰਤੀ, ਉਹ ਕਿੰਨੀ ਹੋਊਗੀ? 50-60 ਹਜ਼ਾਰ ਰੁਪਏ, ਲੱਖ ਹੋ ਜੂਗੀ। ਮੈਂ ਇਸ ਚੀਜ਼ ਨੂੰ ਕਰ ਦਿੱਤਾ, ਚੰਗੀ ਗੱਲ ਹੈ, ਮੈਂ ਉਹਨੂੰ ਮਾੜਾ ਨਹੀਂ ਕਹਿੰਦਾ, ਪਰ ਯਾਰ ਮੁੱਦਾ ਇਹ ਥੋੜ੍ਹੀ ਹੈ। ਮੁੱਦਾ ਤਾਂ ਪੰਜਾਬ ਦੀ ਤਰੱਕੀ ਦਾ ਹੈ। ਸਰ, ਕਿਸਾਨ ਜਿਹੜੇ ਅੱਜ ਤੋਂ ਸਾਲ 1.5 ਸਾਲ ਪਹਿਲਾਂ ਕਿਸਾਨ ਵਿਰੋਧ ਕਰਦੇ ਸੀ ਅੰਬਾਨੀਆਂ ਅਡਾਨੀਆਂ ਦਾ, ਅੱਜ ਉਹੀ ਕਿਸਾਨ ਸ਼ੈਲਰਾਂ ਵਿੱਚ ਕਣਕ ਵੇਚਣ ਨੂੰ ਮਜਬੂਰ ਹੈ। ਕਿਉਂ ਮਜਬੂਰ ਹੋਏ ਨੇ? ਕੀ ਪੰਜਾਬ ਤੇ ਨਹੀਂ ਹੈ? ਕੋਈ ਮਜਬੂਰ ਨਹੀਂ ਹੈ, ਬਿਲਕੁਲ ਗਲਤ ਗੱਲ ਹੈ ਇਹ। 2-2, 3-3 ਹਜ਼ਾਰ ਦਾ ਲਾਲਚ ਦੇ ਕੇ ਕਿਸਾਨ, ਕੋਈ ਲਾਲਚ ਨਹੀਂ ਹੈ। ਜਿੱਥੇ ਕਿਸਾਨ ਨੂੰ ਫੈਸਿਲਿਟੀ ਮਿਲਦੀ ਹੈ, ਕਿਉਂ ਨਾ ਕਿਸਾਨ ਜਾਵੇ? ਫਿਰ ਅਸੀਂ ਸੱਚਾਈ ਤੋਂ ਭਟਕੇ ਨਾ। ਅਸੀਂ ਆਪ ਤਾਂ ਸਾਰਾ ਕੁਝ ਗਲਤ ਕਰੀਏ, ਦੂਜੇ ਬੰਦੇ ਨੂੰ ਤਾਂ ਕਹੀਏ ਵੀ ਉਹ ਦੇਵਤਾ ਬਣ ਜਾਵੇ। ਸਾਡਾ ਨੋ, ਜਿਹੜਾ ਮੈਂ ਡੀਸੀ ਰਿਹਾ ਮੋਗੇ, ਮੈਂ ਡੀਸੀ ਸੀ ਮੋਗੇ, ਮੈਂ ਉਹ ਸਾਰਾ ਸਿਸਟਮ ਦੇਖਿਆ। ਕਿਸਾਨਾਂ ਨੇ ਉਦੋਂ ਵਿਰੋਧ ਕੀਤਾ ਸੀਗਾ ਜਦੋਂ 3 ਕਾਲੇ ਕਾਨੂੰਨ ਵਾਪਸ ਨਹੀਂ ਸੀ ਹੋਏ। ਉਸ ਤੋਂ ਬਾਅਦ ਤਾਂ ਮਾਰਕੀਟ ਮੰਡੀ ਖੁੱਲੀ, ਜਿੱਥੇ ਸਾਡੇ ਭਰਾਵਾਂ ਨੂੰ ਕੋਈ 4 ਪੈਸੇ ਵੱਧ ਮਿਲਦੇ ਆ, ਕੋਈ ਫੈਸਿਲਿਟੀ ਮਿਲਦੀ ਹੈ, ਕਿਉਂ ਨਾ ਜਾਣ ਉੱਥੇ? ਕਿਉਂ ਨਾ ਜਾਣ? ਮੈਂ ਤੁਹਾਨੂੰ ਸਵਾਲ ਪੁੱਛਦਾ। ਕੋਈ ਗਲਤ ਗੱਲ ਨਹੀਂ ਕੀਤੀ ਕਿਸਾਨਾਂ ਨੇ। ਪਰ ਉਹ ਕਹਿੰਦੇ ਵੀ ਇਹਨਾਂ ਨੇ ਮੰਡੀਆਂ ਖਤਮ ਕਰਨੀਆਂ ਪੰਜਾਬ 'ਚੋਂ, ਜਿਵੇਂ ਬਿਹਾਰ, ਯੂਪੀ ਬਿਹਾਰ ਦੇ ਵਿੱਚ। ਯੂਪੀ ਬਿਹਾਰ 'ਚ ਮੰਡੀ ਸਿਸਟਮ ਹੈ ਹੀ ਨਹੀਂ ਸੀਗਾ 2007 ਦੇ ਵਿੱਚ, ਸਮਝ ਗਏ ਨਾ? ਉੱਥੇ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਐਕਟ ਹੈ ਮੰਡੀ ਬੋਰਡ ਦਾ, ਉੱਥੇ ਹੈ ਹੀ ਨਹੀਂਗਾ।
ਠੀਕ ਹੈ ਨਾ। ਇਹ ਤਾਂ ਪੰਜਾਬ ਬਹੁਤ ਖੂਬਸੂਰਤ ਸਟੇਟ ਹੈ, ਪੰਜਾਬ ਦੇ ਲੋਕ ਬਹੁਤ ਖੂਬਸੂਰਤ ਨੇ। ਪੰਜਾਬ ਦਾ ਕੰਪੈਰੀਜ਼ਨ ਨਹੀਂ ਦਿੱਲੀ ਨਾਲ ਕੀਤਾ ਜਾ ਸਕਦਾ। ਪੰਜਾਬ ਇਜ਼ ਮਚ ਬੈਟਰ। ਆ ਪਿਛਲੇ ਸਾਲ ਮੇਰੇ ਖਿਆਲ 20 ਜਾਂ 21 ਦੇ ਵਿੱਚ ਸਾਰੇ ਹਿੰਦੁਸਤਾਨ 'ਚ ਬੀਜੇਪੀ ਦੀ ਸਰਕਾਰ ਨੇ ਪੰਜਾਬ ਐਜੂਕੇਸ਼ਨ 'ਚ ਨੰਬਰ 1 ਆਇਆ। ਤੇ ਫਿਰ ਕੇਜਰੀਵਾਲ ਉੱਥੇ ਕੀ ਕਰਦਾ, ਇੱਕ ਸਕੂਲ ਨੂੰ ਐਨ ਵਧੀਆ ਲਿਪਾ ਪੋਚੀ ਕਰਕੇ ਉਹਦੀਆਂ ਵੀਡੀਓ ਬਣਾ ਕੇ ਪਾਈ ਜਾਂਦਾ। ਮੈਂ 3 ਦਿਨ ਪਿਛਲੇ ਦਿੱਲੀ ਸੀ, ਸਰਦਾਰ ਭਗਵੰਤ ਸਿੰਘ ਮਾਨ ਤੇ ਉੱਥੇ 10 ਸਾਲ ਇਹ ਮੈਂਬਰ ਪਾਰਲੀਮੈਂਟ ਸੀ, ਦਿੱਲੀੋਂ ਰਹੇ ਨੇ। ਇਹਨਾਂ ਨੂੰ ਵੀ ਦਿੱਲੀ ਮਾਡਲ ਦਾ ਪਤਾ ਕੀ ਹੈ। ਦਿੱਲੀ ਮਾਡਲ ਕੁਛ ਨਹੀਂ ਹੈ। ਦਿੱਲੀ ਮਾਡਲ, ਪੰਜਾਬ ਮਾਡਲ ਇਜ਼ ਮਚ ਬੈਟਰ। ਪੰਜਾਬ ਦੀ ਤਰੱਕੀ ਦੇਖੋ, ਪੰਜਾਬ ਦੇ ਲੋਕ ਵੇਖੋ। ਉਹ ਤਾਂ ਕਹਿੰਦੇ ਵੀ ਬਾਹਰੋਂ ਲੋਕ ਵੇਖਣ ਆਇਆ ਕਰਨਗੇ ਪੰਜਾਬ ਨੂੰ, ਗੋਰੇ ਆ ਕੇ ਇੱਥੇ ਨੌਕਰੀਆਂ ਕਰਨਗੇ। ਕੀ ਲੱਗਦਾ, ਹਾਸੋਹੀਣ ਗੱਲ ਨਹੀਂ? ਮੈਂ ਵੈਸੇ ਸਰਦਾਰ ਭਗਵੰਤ ਸਿੰਘ ਮਾਨ ਤੋਂ ਇਹ ਆਸ ਨਹੀਂ ਸੀ ਰੱਖਦਾ ਕਿ ਉਹ ਇਹੋ ਜਿਹਾ ਸੁਖਵੀਰ ਬਾਦਲ ਵਾਲਾ ਜਿਹੜਾ ਬਿਆਨ ਆ ਉਹ ਵੀ ਪਤਾ ਨਹੀਂ ਕਿਸ ਰੌਂ 'ਚ ਦੇ ਗਏ ਭਗਵੰਤ ਮਾਨ ਜੀ। ਉਹ ਵੀ ਕਹਿੰਦੇ ਸੀ ਪਾਣੀ ਵਾਲੀ ਬੱਸਾਂ ਚਲਾ ਦੇਣੀ। ਨਹੀਂ, ਪਾਣੀ ਵਾਲੀ ਬੱਸ ਤਾਂ ਦੇਖੋ ਸੁਖਵੀਰ ਬਾਦਲ ਨੇ ਲਿਆ ਕੇ ਚਲਾਈ ਸੀ, ਉਹਦੇ 'ਚ ਕੋਈ ਅੱਤ ਕਥ ਨਹੀਂ। ਕੱਫੇ ਪਰ ਦਵਾਂਗੇ ਅਸੀਂ ਕਰੋੜ ਨਹੀਂ, ਉਹ ਤਾਂ ਗਲਤ ਕੀਤਾ। ਐਡੇ ਵੱਡੇ ਲੀਡਰਾਂ ਨੂੰ ਐਡੇ ਵੱਡੇ ਝੂਠ ਨਹੀਂ ਬੋਲਣੇ ਚਾਹੀਦੇ। ਅਗਲੀ ਵਾਰ ਚੋਣ ਲੜੋਗੇ? ਯਾਰ ਕਮਾਲ ਕਰਦਾ, ਮੇਰਾ ਪ੍ਰੋਫੈਸ਼ਨ ਹੈ ਇਹ, ਮੈਂ ਕਿਉਂ ਨਹੀਂ ਲੜੂੰਗਾ? ਮੈਂ ਲੋਕਾਂ ਲਈ ਆਇਆ ਨੌਕਰੀ ਛੱਡ ਕੇ। ਜਿਵੇਂ ਪਹਿਲਾਂ ਸੀ ਤੁਹਾਡਾ ਇਸ ਤਰ੍ਹਾਂ ਨਹੀਂ, ਲੋਕਾਂ 'ਚ ਮੇਰਾ ਅੱਜ ਵੀ ਬਹੁਤ ਪਿਆਰ ਹੈ। ਇਹ ਲੋਕਾਂ ਨੇ ਡਿਸਾਈਡ, ਇਹੀ ਤਾਂ ਡੈਮੋਕ੍ਰੇਸੀ ਦਾ ਖੂਬਸੂਰਤੀ ਹੈ। ਡੈਮੋਕ੍ਰੇਸੀ ਦੀ, ਲੋਕਤੰਤਰ ਦੀ ਇਹੀ ਤਾਂ ਖੂਬਸੂਰਤੀ ਹੈ। ਲੋਕ ਜਿਹਨੂੰ ਵਧੀਆ ਸਮਝ ਕੇ ਚੁਣ ਲੈਣ। ਬਹੁਤ ਬਹੁਤ ਧੰਨਵਾਦ ਜੀ ਕੁਲਦੀਪ ਸਿੰਘ ਵੈਦ ਜੀ ਦਾ। ਇਹਨਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ, ਆਪਦਾ ਸਪਸ਼ਟੀਕਰਨ ਕੀਤਾ, ਕਲੈਰੀਫਾਈ ਕੀਤਾ ਕਿ ਪੰਜਾਬ ਨੂੰ ਕਿਵੇਂ ਰੀਪ੍ਰੈਜ਼ੈਂਟ ਕੀਤਾ ਜਾ ਸਕਦਾ ਹੈ, ਆਪਣੇ ਗੈਰ ਹਲਕੇ ਲੋਕਾਂ ਲਈ ਪਿਆਰ ਜਤਾਇਆ। ਬਹੁਤ ਬਹੁਤ ਧੰਨਵਾਦ ਜੀ। ਵਿੱਕੀ ਜੱਸੋਵਾਲ, ਕੈਨੇਡਾ ਟੀਵੀ ਜੀ।